साध संगत, आपने कुछ समय तो ला के ਹੁਣ तक गुरबाणी के कीर्तन का और विचारों का लाभ उठाया। बाकी जितना समा 9 बजे तक का अपने पास है, इसनों भी सफला करने की खेचल करो। शब्द विच बोलिया करो, रसना की सफलता वाहिगुरू का जस कीता ही है। नाम लैत गोबिंद का सूची पई रसना। पैरों की पवित्रता गुरु बाबे के दरबार वाल आया है, और नेत्रों की पवित्रता गुरु का दर्शन करके है। कन्नां की पवित्रता वाहिगुरू का जस सुन के है। जबान की पवित्रता वाहिगुरू का जस करके है। यूँ हरी जस विच बोलिया करो, पहले दास बोलिया करके फिर सारे भाई, तीसरे पासे सब बीबियाँ बोलण की खेचल कराया करो। बच्चों नूं चुप रखण की किरपा करो। जिन्हां बीबियां पास बच्चे हैं उन्होंने चाहिए पहले ही पिछले पासे बैठण, ताकि रोण वेले बच्चे नूं उठ के चुप कराया जा सके और संगत के रंग विच भंग ना पवे। थोड़ा जिहा समा हुंदा है, इसनूं पूरा पूरा शांति नाल सफला करना चाहिए। आ हुण सारे शब्द बोलो। राखो राखन हार दयाला, नानक घर के गोले जी। राखो राखन हार दयाला, नानक घर के गोले जी।
दाते ठाकर प्रतिपालक नायक खसम हमारे। निमक निमक तुम ही प्रतिपालो, हम बारक तुमरे धारे। जेबा एक कवन गुण कहिए, बेशुमार बेअंत स्वामी। तेरो अंत न नहीं लईए, राखो राखन हार दयाला नानक घर के बोले। राखो राखन हार दयाला नानक घर के बोले। अपराध हमारे खंडो, अनक विधि समझावो। हम अज्ञान अल्प मत थोरी, तुम आपन बिरद रखावो। तुमरी शरण तुम्हारी आशा, तुम ही सजन सुहेले। राखो राखन हार दयाला, नानक घर के गोले। राखो राखन हार दयाला, नानक घर के गोले। राखो राखन हार दयाला, नानक घर के गोले।
ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣ ਦੀ ਖੇਚਲ ਕਰੋ ਔਰ ਧਿਆਨ ਦੇ ਕੇ ਗੁਰੂ ਬਾਬਾ ਜੀ ਦੀ ਸਿੱਖਿਆ ਜੋ ਕਿ ਲੋਕ ਸੁਖੀ ਪਰਲੋਕ ਸੁਹੇਲਾ ਬਣਾਉਣ ਵਾਲੀ ਹੈ, ਸੁਣਨ ਦੀ ਖੇਚਲ ਕਰੋ। ਇਨਸਾਨ ਦੁਨੀਆ ਵਿੱਚ ਕੁਛ ਦੇਰ ਵਾਸਤੇ ਆਇਆ ਹੈ, ਸਦੀਵੀ ਰਹਿਣ ਦਾ ਇਹਦਾ ਥਾਂ ਨਹੀਂ। ਇਹ ਤਾਂ ਦੁਨੀਆ ਮਕਾਮ ਹੈ ਫਾਨੀ, ਉਹਨਾਂ ਦਾ ਮੁਕਾਮ ਹੈ। ਚੰਦ ਰੋਜ਼ਾ ਇੱਥੇ ਕਿਆਮ ਕਰਨਾ ਹੈ। ਜਿਵੇਂ ਮੁਸਾਫਰ ਸੂਰਜ ਛਿਪੇ 'ਤੇ ਕਿਸੇ ਮੁਸਾਫਰਖਾਨੇ ਵਿੱਚ ਆ ਜਾਂਦਾ ਹੈ, ਰਾਤ ਕੱਟਦਾ ਹੈ, ਸੂਰਜ ਚੜ੍ਹੇ ਆਪਣਾ ਰਸਤਾ ਫੜਦਾ ਹੈ। ਇਸੀ ਤਰ੍ਹਾਂ ਇਸ ਦੀ ਹਾਲਤ ਹੈ। ਜਦੋਂ ਜਨਮ ਰੂਪੀ ਸੂਰਜ ਛਿਪਦਾ ਹੈ, ਇਸੀ ਘਰ ਵਿੱਚ ਆ ਜਾਂਦਾ ਹੈ, ਜਨਮ ਲੈ ਲੈਂਦਾ। ਉਮਰ ਰੂਪੀ ਰਾਤਰੀ ਕੱਟਦਾ ਹੈ। ਜਦੋਂ ਮੌਤ ਰੂਪੀ ਸੂਰਜ ਚੜ੍ਹਦਾ ਹੈ, ਕਰਮਾਂ ਅਨੁਸਾਰ ਅੱਗੇ ਚਲਾ ਜਾਂਦਾ। ਇਹ ਜੇ ਕਰਮ ਕਰਦਾ ਅੱਗੇ ਉਸ ਦੇ ਮੁਤਾਬਕ ਕੁਰਾਨੀ ਸੁਖਿਆ ਦੁੱਖ ਫਲ ਭੁਗਤਦਾ ਹੈ। ਇਹ ਸਮਝਦਾ ਹੈ ਮੈਂ ਸਿਰਫ ਦੁਨੀਆ ਵਿੱਚ ਐਸ਼ੋ ਇਸ਼ਰਤ ਵਾਸਤੇ ਹੀ ਆਇਆ ਹਾਂ, ਜ਼ਿੰਦਗੀ ਦਾ ਮੁੱਦਾ ਇਹੀ ਹੈ। ਪਰ ਇਹ ਇਸ ਦੀ ਭੁੱਲ ਹੈ, ਗਲਤਫਹਿਮੀ ਹੈ। ਗੁਰੂ ਜੋ ਸਰਬੱਗ ਹੈ ਉਸ ਤੋਂ ਪੁੱਛਿਆ ਜਾਏ, ਉਹ ਤਾਂ ਇਉਂ ਫਰਮਾਉਂਦੇ ਹਨ, ਆਵਨ ਤੋਂ ਏਕੈ ਕੋ ਆਇਆ, ਜਨਮ ਤੁਮੋਇਓ ਮੋਹ ਨਹੀਂ ਮਾਇਆ। ਅਸਲ ਮਾਨਵ ਤਨ ਧਾਰ ਕੇ ਜਿੱਥੇ ਵਿਵਹਾਰਕ ਫਰਜ਼ ਸਿਰਫ ਸਰੀਰ ਤੱਕ ਹੀ ਮਹਿਦੂਦ ਹੈ, ਉਸ ਤੋਂ ਬਾਅਦ ਅੱਗੇ ਵੀ ਕਿਸੇ ਗੱਲ ਨਾਲ ਵਾਸਤਾ ਪੈਣਾ ਹੈ, ਉਹ ਵਾਹਿਗੁਰੂ ਅੰਤਰਜਾਮੀ ਦਾ ਭਜਨ ਹੈ। ਵਾਹਿਗੁਰੂ ਦਾ ਭਜਨ ਕਰਕੇ ਉਸ ਨੂੰ ਮਿਲ ਕੇ ਪੂਰਨ ਸੁਖੀ ਹੋਣ ਵਾਸਤੇ ਇਸ ਦੇ ਆਉਣ ਦਾ ਪਰਮ ਪ੍ਰਯੋਜਨ ਹੈ। ਇਉਂ ਫਰਮਾਉਂਦੇ ਹਨ, ਏਕੈ ਕੋ ਆਇਆ ਆਵਨ ਤੋਂ,
ਏਕੈ ਕੋ ਆਇਆ, ਜਨਮਤ ਮੋਇਓ ਮੋਹ ਨਹੀਂ ਮਾਇਆ। ਆਇਆ ਤਾਂ ਭਜਨ ਕਰਨ ਵਾਸਤੇ ਅਮਾਨੁਖ ਤਨ ਥਾਰ ਕੇ, ਪਰ ਜੰਮਦਾ ਹੀ ਈਸ਼ਵਰੀ ਮਾਇਆ ਨੇ ਇਸ ਨੂੰ ਇਹੋ ਜਿਹਾ ਮੋਹਿਤ ਕੀਤਾ, ਇਸ ਲਈ ਫਰਜ਼ ਨੂੰ ਭੁੱਲ ਹੀ ਗਿਆ। ਜਿਵੇਂ ਕਿਸੇ ਨਸ਼ੇ ਦੇ ਅਧੀਨ ਹੋ ਕੇ ਇਨਸਾਨ ਆਪਣਾ ਆਪ ਅਤੇ ਆਪਣਾ ਫਰਜ਼ ਸਭ ਕੁਝ ਭੁੱਲ ਜਾਂਦਾ ਹੈ, ਇਸੀ ਤਰ੍ਹਾਂ ਹੀ ਜਿਤਨੀ ਦੇਰ ਤੱਕ ਇਸ ਨੂੰ ਅਵਿਦਿਆ ਦਾ ਨਸ਼ਾ ਚੜ੍ਹਿਆ ਹੋਇਆ ਹੈ, ਅਗਿਆਨ ਦਾ ਨਸ਼ਾ ਚੜ੍ਹਿਆ ਹੋਇਆ ਹੈ, ਅਸਲੀ ਫਰਜ਼ ਨੂੰ ਪਹਿਚਾਣ ਨਹੀਂ ਸਕਦਾ। ਇਹ ਨਸ਼ਾ ਦੂਰ ਹੁੰਦਾ ਹੈ ਜਿਉਂ-ਜਿਉਂ ਸਤਸੰਗ ਕਰਦਾ ਹੈ, ਭਜਨ 'ਤੇ ਵਿਚਾਰ ਕਰਦਾ ਹੈ। ਇਸ ਕਰਕੇ ਇਹ ਵਾਹਿਗੁਰੂ ਦਾ ਭਜਨ ਕਰਨ ਵਾਸਤੇ ਦਰਅਸਲ ਆਇਆ ਹੈ। ਤੂੰ ਤਾਂ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਪ੍ਰਯੋਜਨ ਮਾਨੁਖ ਤਨ ਧਾਰ ਕੇ ਵਾਹਿਗੁਰੂ ਦਾ ਭਜਨ ਕਰਨਾ ਹੈ। ਇਸ ਫਰਜ਼ ਨੂੰ ਭੁੱਲ ਗਿਆ, ਸਿਰਫ ਆਪਣੀ ਜ਼ਿੰਦਗੀ ਨੂੰ ਦੁਨੀਆ ਤੱਕ, ਦੁਨੀਆ ਦੇ ਵਿਵਹਾਰਾਂ ਤੱਕ ਹੀ ਮਹਿਦੂਦ ਰੱਖ ਲਿਆ। ਹਾਲਾਂਕਿ
ਇਨਸਾਨ ਦੇ ਦੋ ਫਰਜ਼ ਹਨ, ਇੱਕ ਵਿਵਹਾਰਕ, ਇੱਕ ਪਰਮਾਰਥ, ਇੱਕ ਲਾਜ਼ਮੀ, ਇੱਕ ਗੈਰ ਲਾਜ਼ਮੀ। ਲਾਜ਼ਮੀ ਫਰਜ਼ ਦੀ ਜੋ ਵਕਤ ਹੈ ਉਹ ਗੈਰ ਲਾਜ਼ਮੀ ਦੀ ਹਰਗਿਜ਼ ਨਹੀਂ ਹੋਇਆ ਕਰਦੀ। ਲਾਜ਼ਮੀ ਫਰਜ਼ ਦਾ ਇਸ ਦਾ ਇਹ ਕੁਛ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਪਰ ਵਿਵਹਾਰਕ ਫਰਜ਼ ਦੀ ਬਾਬਤ ਕਹਿੰਦੇ ਨੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗ ਭਜ ਕੇਵਲ ਨਾਮ। ਆਹ ਵਿਵਹਾਰਕ ਫਰਜ਼ ਵੀ ਇਸਨੇ ਆਪਣਾ ਅਦਾ ਕਰਨਾ ਹੈ, ਲੇਕਿਨ ਅਸਲੀ ਮੁੱਖ ਫਰਜ਼ ਵਾਹਿਗੁਰੂ ਦੀ ਬੰਦਗੀ ਕਰਨੀ ਹੈ, ਜਿਸ ਦੇ ਵਾਸਤੇ ਪ੍ਰਾਚੀਨ ਇਤਿਹਾਸ ਨੂੰ ਦੇਖਿਆ ਜਾਵੇ। ਰਾਜਿਆਂ ਮਹਾਰਾਜਿਆਂ ਨੇ ਰਾਜ ਭਾਗ ਛੱਡ ਕੇ, ਉਹਨਾਂ ਦੀ ਕੁਰਬਾਨੀ ਕਰਕੇ, ਤਮਾਮ ਜਿਸਮ ਦੇ ਸੁੱਖਾਂ ਦੀ ਕੁਰਬਾਨੀ ਕਰਕੇ ਗੋਰਖ ਦੇ ਚੇਲੇ ਬਣੇ, ਤਾਂ ਕਿ ਕਿਸੇ ਅਵਿਨਾਸ਼ੀ ਸੁੱਖ ਨੂੰ, ਜਿਸ ਸੁੱਖ ਦਾ ਕਦੇ ਵੀ ਨਾਸ਼ ਨਾ ਹੋਵੇ, ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮੋ ਨਿਸ਼ਾਨ ਨਾ ਹੋਵੇ, ਉਸ ਨੂੰ ਪ੍ਰਾਪਤ ਹੋਇਆ ਜਾਵੇ। ਕਿਉਂਕਿ ਦੁਨੀਆ ਦੇ ਜਿਤਨੇ ਸੁੱਖ ਹਨ ਇਹ ਅਨੇਕਾਂ ਕੰਡਿਆਂ ਦੇ, ਦੁੱਖ ਰੂਪ ਕੰਡਿਆਂ ਦੇ ਘਿਰੇ ਹੋਏ ਹਨ। ਜਿਵੇਂ ਗੁਲਾਬ ਦੇ ਵਿੱਚ ਜੇ ਖੁਸ਼ਬੂ ਹੁੰਦੀ ਹੈ, ਉਹਦੇ ਚੁਤਰਫੇ ਕੰਡੇ ਵੀ ਬਹੁਤੇ ਹੁੰਦੇ ਹਨ। ਇਸੀ ਤਰ੍ਹਾਂ ਦੁਨੀਆ ਦਾ ਥੋੜ੍ਹਾ ਜਿਹਾ ਸੁੱਖ ਜੇ ਹੈ ਕਿਤੇ, ਉਸ ਦੇ ਚਾਰ ਚੁਫੇਰੇ ਬਹੁਤੇ ਦੁੱਖ ਰੂਪ ਕੰਡੇ ਵੀ ਹਨ। ਪਰ ਇੱਕ ਅਵਿਨਾਸ਼ੀ ਸੁੱਖ ਹੈ, ਵਾਹਿਗੁਰੂ ਅੰਤਰਯਾਮੀ ਦਾ ਸੁੱਖ ਹੈ, ਉਸ ਦੇ ਭਜਨ ਦਾ ਸੁੱਖ ਹੈ, ਜਿਸ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ। ਉਸ ਸੁੱਖ ਦੇ ਵਾਸਤੇ ਉਹਨਾਂ ਨੇ ਰਾਜ ਭਾਗ ਛੱਡ ਕੇ, ਰਾਜੇ ਜਾਂ ਰਾਜਿਆਂ ਦੇ ਪੁੱਤਰ ਸਨ ਗੋਰਖ ਦੇ ਜਿਤਨੇ ਚੇਲੇ ਸਨ। ਪਰ ਗੁਰੂ ਬਾਬੇ ਨੇ ਸਾਨੂੰ ਐਸਾ ਨਹੀਂ ਕਿਹਾ, ਹੁਕਮ ਕੀਤਾ ਹੈ, ਭਾਵੇਂ ਗ੍ਰਸਤ ਹੈ, ਭਾਵੇਂ ਤਿਆਗ ਹੈ, ਕਿਤੇ ਵੀ ਰਹੋ, ਪਰ ਆਪਣੇ ਪਰਮਾਰਥ ਫਰਜ਼ ਨੂੰ ਕਦੇ ਨਾ ਭੁੱਲੋ। ਵਿਵਹਾਰਕ ਫਰਜ਼ ਦੇ ਨਾਲ ਨਾਲ ਪਰਮਾਰਥ ਫਰਜ਼ ਵੀ ਅਦਾ ਕਰੀ ਚੱਲੋ, ਤਾਂ ਕਿ ਮੁਕੰਮਲ ਇਨਸਾਨ ਬਣ ਸਕੋ ਔਰ ਵਿਵਹਾਰ ਪਰਮਾਰਥ ਦੋਵੇਂ ਸਿੱਧ ਹੋਵੀ ਜਾਣ, ਇਉਂ ਗੁਰੂ ਬਾਬੇ ਦਾ ਫਰਮਾਨ ਹੈ। ਅੱਜ ਸਤਿਗੁਰੂ ਨਾਨਕ ਦੇਵ ਮਹਾਰਾਜ ਜਗ ਜਲੰਧਰ ਦੀ ਸਾਰ ਕਰਦੇ ਕਰਦੇ ਕਿਸੇ ਜੰਗਲ ਵਿੱਚ ਬੈਠੇ ਹੋਏ ਹਨ। ਮਰਦਾਨਾ ਰਬਾਬ ਵਜਾ ਰਿਹਾ ਹੈ। ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਹੈ। ਤੂੰ ਹੀ ਮੋਹਨਾ, ਤੂੰ ਹੀ ਮੋਹਨਾ,
ਦਿਖਾਇਓ ਲੋਇਣਾ ਅੰਤਰ ਬਾਹਰ ਘਟ 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 ਕਿ ਤੂੰ ਹੀ ਮੋਹਿਣਾ। ਇਹ ਸ਼ਬਦ ਦਾ ਉਚਾਰਨ ਗੁਰੂ ਬਾਬਾ ਜੀ ਨੇ ਬਾਰ ਬਾਰ ਅਲਾਪ ਕੇ ਕੀਤਾ। ਮਰਦਾਨੇ ਨੇ ਰਬਾਬ ਵਜਾਇਆ ਤਾਂ ਤੂੰ ਦੀ ਧੁਨੀ ਨਾਲ ਸਾਰਾ ਜੰਗਲ ਬਿਆਬਾਨ ਗੂੰਜ ਉੱਠਿਆ। ਸਾਰੀ ਫਿਜ਼ਾ ਪਵਿੱਤਰ ਹੋ ਗਈ। ਮਰਦਾਨੇ ਨੇ ਰਬਾਬ ਰੱਖ ਦਿੱਤਾ। ਸ਼ਾਸਨ ਜਿੱਥੇ ਜਿੱਥੇ ਤੱਕ ਸ਼ਬਦ ਦੀ ਆਵਾਜ਼ ਪਹੁੰਚੀ, ਹਰ ਵਸਤੂ ਨੂੰ ਸ਼ੁੱਧੀ ਅਤੇ ਪਵਿੱਤਰਤਾ ਹਾਸਲ ਹੋਈ। ਦੁਨੀਆ ਦਾ ਵੀ ਸ਼ੁੱਧ ਵਸਤੂ ਵਾਹਿਗੁਰੂ ਜਾਂ ਉਸ ਦਾ ਨਾਮ ਹੀ ਹੈ। ਬਾਕੀ ਦਾ ਸਭ ਕੁਛ ਅਸ਼ੁੱਧ ਅਸਤ ਜੜ ਦੁੱਖ ਰੂਪ ਦੇ ਪਰਛਿਨ ਹੀ ਹੈ। ਜਿੱਥੇ ਬੈਠ ਕੇ ਵਾਹਿਗੁਰੂ ਦਾ ਭਜਨ ਹੁੰਦਾ ਹੈ, ਉਸ ਥਾਂ ਨੂੰ ਵੀ ਗੁਰੂ ਅਰਜਨ ਦੇਵ ਮਹਾਰਾਜ ਪਵਿੱਤਰ ਦੱਸਦੇ ਨੇ, ਫਰਮਾਉਂਦੇ ਹਨ। ਸਰਬ ਪਿਆਰੇ ਜਿਨ ਜਿੱਥੇ ਤੇਰਾ ਨਾਮ ਜਪੀਏ, ਸਰਬ ਪਿਆਰੇ ਜਿੱਥੇ ਤੇਰਾ ਨਾਮ ਜਪੀਏ, ਸਰਬ ਪਿਆਰੇ ਜਿੱਥੇ ਤੇਰਾ ਨਾਮ ਜਪੀਏ, ਸਰਬ ਪਿਆਰੇ ਜਿੱਥੇ ਤੇਰਾ ਨਾਮ ਜਪੀਏ। ਨਾਮ ਜਪੀਏ ਪ੍ਰਭ ਪਿਆਰੇ, ਸਹੀ ਅਸਥਲ ਸਵੈਨ ਚੁਬਾਰੇ। ਜਿੱਥੇ ਵਾਹਿਗੁਰੂ ਦਾ ਭਜਨ ਹੁੰਦਾ ਹੈ, ਵੈਰਾਨ ਥਾਂ ਵੀ ਉਜਾੜ ਵੀ ਉਹ ਸ਼ੋਭਨੀਕ ਅਤੇ ਪਵਿੱਤਰ ਹਨ। ਅੱਜ ਕਿਸੀ ਜੰਗਲ ਬਿਆਬਾਨ ਵਿੱਚ ਸ਼ਿਵ ਜੀ ਔਰ ਪਾਰਵਤੀ ਵਿਚਰ ਰਹੇ ਹਨ। ਇੱਕ ਟਿੱਬਾ ਹੈ, ਝਾੜੀਆਂ ਹਨ, ਕੋਈ ਸਾਫ ਥਾਂ ਨਹੀਂ। ਸ਼ਿਵ ਜੀ ਉਸ ਨੂੰ ਵਾਰ ਵਾਰ ਮੱਥੇ ਟੇਕੀ ਜਾਂਦੇ ਆ। ਇਹ ਦੇਖ ਕੇ ਪਾਰਵਤੀ ਪੁੱਛਣ ਲੱਗੀ, ਮਹਾਰਾਜ ਇਹ ਕੋਈ ਇਹੋ ਜਿਹਾ ਥਾਂ ਤਾਂ ਹੈ ਨਹੀਂ ਜਿੱਥੇ ਮੱਥੇ ਟੇਕੇ ਜਾਣ ਜਾਂ ਮੱਥੇ ਟੇਕਣ ਯੋਗ ਹੋਵੇ। ਇਹ ਤਾਂ ਵੈਰਾਨ ਥਾਂ ਹੈ, ਟਿੱਬਾ ਹੈ, ਝਾੜੀਆਂ ਹਨ। ਇਹ ਸੁਣ ਕੇ ਸ਼ਿਵ ਜੀ ਕਹਿਣਗੇ, ਪਾਰਵਤੀ ਤੈਨੂੰ ਨਹੀਂ ਪਤਾ, ਇਹ ਪਵਿੱਤਰ ਥਾਂ ਹੈ।
ਇਹ ਥਾਂ ਬੈਠ ਕੇ ਰੱਬ ਦੇ ਪਿਆਰੇ ਨੇ ਬੜੀ ਦੇਰ ਤੱਕ ਬੰਦਗੀ ਕੀਤੀ ਹੈ, ਭਜਨ ਕੀਤਾ ਹੈ, ਜਿਸ ਕਰਕੇ ਇਸ ਦਾ ਜ਼ਰਾ ਜ਼ਰਾ ਪਵਿੱਤਰ ਹੈ, ਸ਼ੁੱਧ ਹੈ ਔਰ ਨਮਸਕਾਰ ਕਰਨ ਯੋਗ ਹੈ। ਸਾਧ ਸੰਗਤ, ਜਿੱਥੇ ਵਾਹਿਗੁਰੂ ਦਾ ਭਜਨ ਹੋਵੇ ਉਹ ਥਾਂ ਦੇ ਵਿੱਚ ਸ਼ੁੱਧੀ ਔਰ ਪਵਿੱਤਰਤਾ ਅਤੇ ਸ਼ਾਂਤੀ ਦੇ ਜਰਨ ਪ੍ਰਵੇਸ਼ ਕਰ ਜਾਂਦੇ ਹਨ। ਜਿਵੇਂ ਡਾਕਟਰ ਲੋਕ ਮੰਨਦੇ ਹਨ, ਜਿਸ ਮਕਾਨ ਜਾਂ ਕਿਸੇ ਕਮਰੇ ਵਿੱਚ ਕੋਈ ਮਲੇਰੀਏ ਦਾ ਮਰੀਜ਼ ਕੁਛ ਦੇਰ ਵਾਸਤੇ ਰਹਿ ਜਾਵੇ, ਉੱਥੇ 8-10 ਦਿਨ ਵਾਸਤੇ ਉਹਦੇ ਜਰਮ ਛੱਡ ਜਾਂਦਾ। ਕਿਸੇ ਹੋਰ ਮਕਾਨ ਜਾਂ ਕਮਰੇ ਵਿੱਚ ਕੋਈ ਟਾਈਫਾਈਡ ਦਾ, ਮਿਆਦੀ ਬੁਖਾਰ ਦਾ ਮਰੀਜ਼ ਰਹਿ ਜਾਏ, ਉੱਥੇ ਲੋਕ ਮੰਨਦੇ ਹਨ, ਡਾਕਟਰ ਲੋਕ ਮੰਨਦੇ ਹਨ ਬਈ ਤਕਰੀਬਨ 2 ਹਫ਼ਤੇ ਵਾਸਤੇ ਉਸ ਦੇ ਕਿਰਮ ਰਹਿ ਜਾਂਦੇ ਹਨ। ਕਿਸੇ ਹੋਰ ਸਥਾਨ ਜਾਂ ਕਮਰੇ ਵਿੱਚ ਕੋਈ TB ਦਾ, ਤਪਦਿਕ ਦਾ ਮਰੀਜ਼ ਰਹਿ ਜਾਏ, ਉੱਥੇ 6 ਮਹੀਨੇ ਵਾਸਤੇ ਉਹਦੇ ਜਰਮਜ਼ ਰਹਿ ਜਾਂਦੇ ਹਨ। ਜੇ ਕੋਈ ਤੰਦਰੁਸਤ ਆਦਮੀ ਉੱਥੇ ਨਿਵਾਸ ਕਰੇ, ਰਿਹਾਇਸ਼ ਕਰੇ, ਉਸ ਨੂੰ ਉਹ ਬਿਮਾਰੀ ਲੱਗ ਜਾਣ ਦਾ ਖਤਰਾ ਹੋਇਆ ਕਰਦਾ। ਜਦੋਂ ਦੁਨਿਆਵੀ ਬਿਮਾਰੀਆਂ ਦੀ ਬਾਬਤ ਇਹ ਹਾਲ ਹੈ, ਉਹਨਾਂ ਦੇ ਜਰਮ ਹਾਲਾਂਕਿ ਦੀਂਦੇ ਨਹੀਂ, ਅਤੀ ਸੂਖਮ ਹਨ, ਪਰ ਉੱਥੇ ਰਹਿਣ ਵਾਲਿਆਂ ਦੇ ਕਿਤਨਾ ਗਹਿਰਾ ਅਸਰ ਕਰਨ ਨੂੰ ਸਮਰੱਥ ਹਨ। ਇਸੀ ਤਰ੍ਹਾਂ ਹੀ ਵਾਹਿਗੁਰੂ ਅੰਤਰਯਾਮੀ ਦੇ ਭਜਨ ਕਰਨ ਵਾਲਾ ਪੁਰਸ਼ ਜੋ ਇੱਕ ਮਨ ਹੋ ਕੇ, ਸ਼ਾਂਤ ਚਿੱਤ ਹੋ ਕੇ ਵਾਹਿਗੁਰੂ ਦਾ ਭਜਨ ਕਰਦਾ ਹੈ, ਕਿ ਉਸ ਥਾਂ ਦੇ ਵਿੱਚ ਉਸ ਦੇ ਸ਼ਾਂਤੀ ਦੇ ਔਰ ਸ਼ੁੱਧੀ ਦੇ ਜਰਮ ਨਿਵਾਸ ਕਰਨਗੇ ਕਿ ਨਾ ਕਰਨਗੇ? ਜ਼ਰੂਰ ਹੀ ਕਰਨਗੇ। ਇਹ ਦੱਸਿਆ ਹੈ, ਜਿੱਥੇ ਇੱਕ ਮਨ ਹੋ ਕੇ ਕੁਛ ਦੇਰ ਕੋਈ ਵਾਹਿਗੁਰੂ ਦਾ ਪਿਆਰਾ ਵਾਹਿਗੁਰੂ ਦਾ ਭਜਨ ਕਰ ਜਾਏ, ਉੱਥੇ 100 ਸਾਲ ਵਾਸਤੇ ਸ਼ੁੱਧੀ ਔਰ ਸ਼ਾਂਤੀ ਦੇ ਜਰਮ ਦੇ ਨਿਵਾਸ ਕਰ ਜਾਂਦੇ ਹਨ। ਇਸ ਕਰਕੇ ਹੀ ਗੁਰੂ ਅਰਜਨ ਦੇਵ ਮਹਾਰਾਜ ਐਸਾ ਫਰਮਾਉਂਦੇ ਹਨ, ਪਰਮ ਪਿਆਰੇ ਜੀ ਜਿੱਥੇ ਤੇਰਾ ਨਾਮ ਜਪੀਏ, ਇਤਨੀ ਸ਼ੁੱਧ ਵਸਤੂ ਵਾਹਿਗੁਰੂ ਦਾ ਭਜਨ। ਇਸ ਤੋਂ ਉਲਟਿਓਂ ਵੀ ਦੱਸਿਆ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ।
ਜਿੱਥੇ ਵਾਹਿਗੁਰੂ ਦਾ ਭਜਨ ਨਹੀਂ ਹੁੰਦਾ, ਰੱਬ ਦੀ ਯਾਦ ਨਹੀਂ, ਉਹ ਕੁਗਵਸੋਂ ਵੀ ਉਜਾੜ ਰੂਪ ਹੈ। ਦੇਖੋ ਨਾ, ਕਾਸ਼ੀ ਵਿੱਚ ਭਗਤ ਕਬੀਰ ਜੀ ਹੋਏ ਹਨ, ਪ੍ਰਭੂ ਦੇ ਪਰਮ ਭਗਤ ਹੋਏ ਹਨ। ਇੱਕ ਦਫਾ ਕਾਸ਼ੀ ਵਿੱਚ ਬੜਾ ਭਾਰਾ ਮੇਲਾ ਲੱਗਿਆ। ਕੁਝ ਸੱਜਣਾ ਨੇ ਆ ਕੇ ਭਗਤ ਕਬੀਰ ਜੀ ਨੂੰ ਕਿਹਾ, ਭਗਤ ਜੀ ਦੇਖੋ ਨਾ, ਸ਼ਹਿਰ ਦੇ ਵਿੱਚ ਜਲਸੇ ਮੁਜਰੇ, ਨਾਟਕ ਚੇਟਕ, ਢੋਲ ਢਮੱਕੇ, ਕੈਸੇ ਰੰਗ ਤਮਾਸ਼ੇ ਹੋ ਰਹੇ ਹਨ, ਤੁਸੀਂ ਵੀ ਚੱਲ ਕੇ ਵੇਖੋ। ਇਹ ਸੁਣ ਕੇ ਕਬੀਰ ਜੀ ਕਹਿੰਦੇ, ਜਲਸੇ ਮੁਜਰੇ, ਨਾਟਕ ਚੇਟਕ, ਇਹ ਚੀਜ਼ਾਂ ਜਿਹੜੀਆਂ ਹਨ ਸੰਤਾਂ ਭਗਤਾਂ ਦਾ ਵਿਸ਼ਾ ਨਹੀਂ ਹੁੰਦਾ। ਕਿਉਂ? ਇਹਨਾਂ ਥਾਵਾਂ ਦੇ ਵਿੱਚ ਮਨ ਖਿੰਡ ਜਾਂਦਾ, ਮੈਲਾ ਹੋ ਜਾਂਦਾ। ਖਿੰਡਿਆ ਔਰ ਮੈਲਾ ਮਨ ਅਸ਼ਾਂਤ ਔਰ ਦੁਖੀ ਹੋਇਆ ਕਰਦਾ ਹੈ। ਇਨਸਾਨ ਸੁਖ ਅਤੇ ਸ਼ਾਂਤੀ ਚਾਹੁੰਦਾ ਹੈ। ਉਹ ਮਨ ਦੇ ਸ਼ੁੱਧ ਔਰ ਇਕੱਠਾ ਹੋਣ ਵਿੱਚ ਹੈ। ਮਨ ਦੀ ਸ਼ੁੱਧੀ ਔਰ ਮਨ ਦਾ ਇਕੱਠਾ ਹੋਣਾ ਸਤਸੰਗ ਦੁਆਰਾ ਭਜਨ ਵਿੱਚ ਹੋਇਆ ਕਰਦਾ ਹੈ। ਆਮ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ, ਇਸ ਕਰਕੇ ਅਣਜਾਣ ਪੁਰਸ਼, ਅਗਿਆਨੀ ਪੁਰਸ਼ ਬਾਲਕਾਂ ਦੀ ਨਿਆਈ ਇਹਨਾਂ ਢੋਲ ਢਮੱਕਿਆਂ, ਜਲਸਿਆਂ ਮੁਜਰਿਆਂ ਨੂੰ ਪਸੰਦ ਕਰਦੇ ਹਨ। ਸੰਤ ਜਿਹੜੇ ਹਨ ਉਹ ਇਹਨਾਂ ਨੂੰ ਪਸੰਦ ਨਹੀਂ ਕਰਦੇ। ਸੰਤਾਂ ਦਾ ਵਿਸ਼ਾ ਸਤਸੰਗ ਹੋਇਆ ਕਰਦਾ। ਜਿੱਥੇ ਸਤਸੰਗ ਹੋਵੇ, ਵਾਹਿਗੁਰੂ ਦਾ ਜਸ ਹੋਵੇ, ਉੱਥੇ ਨੱਠ ਨੱਠ ਜਾਈਏ। ਪਰ ਜੇ ਤੁਸੀਂ ਬਹੁਤ ਮਜਬੂਰ ਕਰਦੇ ਹੋ, ਇੱਕ ਗੱਲ ਨੂੰ ਮੁੱਖ ਰੱਖ ਕੇ ਚੱਲੇ ਆਉਂਦੇ ਹਾਂ, ਉੱਠ ਫਰੀਦਾ ਸੁੱਤਿਆ, ਦੁਨੀਆ ਦੇਖਣ ਜਾ, ਕੋਈ ਮਿਲ ਜੇ ਬਖਸ਼ਿਆ ਰੱਬ ਦਾ, ਤੂੰ ਵੀ ਬਖਸ਼ਿਆ ਜਾ। ਸ਼ਾਇਦ ਇਹੋ ਜਿਹਾ ਬੰਦਾ ਕੋਈ ਮਿਲ ਜਾਏ। ਕਿਉਂ? ਭਗਤ ਕਬੀਰ ਜੀ ਉਹਨਾਂ ਨਾਲ ਉੱਠ ਕੇ ਚੱਲ ਪੈਂਦੇ ਹਨ। ਸਾਰੇ ਸ਼ਹਿਰ ਵਿੱਚ ਫਿਰੇ, ਜਲਸੇ ਮੁਜਰੇ, ਨਾਟਕ ਚੇਟਕ, ਢੋਲ ਢਮੱਕੇ ਤਾਂ ਥਾਂ ਹੋ ਰਹੇ ਸਨ, ਪਰ ਰੱਬ ਦਾ ਪਿਆਰਾ ਉਹਨਾਂ ਨੂੰ ਕੋਈ ਨਹੀਂ ਮਿਲਿਆ। ਵਾਪਸੀ ਵਿੱਚ ਉਹ ਲੋਕ ਕਹਿਣਗੇ, ਦੇਖਿਆ ਭਗਤ ਜੀ ਕਿਤਨੀਆਂ ਰੌਣਕਾਂ ਠੌਣਕਾਂ ਸਨ। ਕਬੀਰ ਜੀ ਕਹਿੰਦੇ, ਤੁਹਾਡੇ ਭਾਅ ਦੀਆਂ ਹੋਣਗੀਆਂ, ਮੇਰੇ ਭਾਅ ਦਾ ਤਾਂ ਉਜਾੜ ਸੀ। ਕਿਉਂ? ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਮਿਲਿਆ। ਉਸ ਮੌਕੇ ਹੀ ਇਹ ਸ਼ਲੋਕ ਉਚਾਰਨ ਕੀਤਾ ਨਾ ਭਗਤ ਕਬੀਰ ਜੀ ਨੇ, ਦਿਸਦਾ ਉਜਾੜ ਹੈ ਰਾਮ ਦੇ ਪਿਆਰੇ ਬਾਝੋਂ, ਦਿਸਦਾ ਉਜਾੜ ਹੈ ਰਾਮ ਦੇ ਪਿਆਰੇ ਬਾਝੋਂ, ਦਿਸਦਾ ਉਜਾੜ ਹੈ ਰਾਮ ਦੇ ਪਿਆਰੇ ਬਾਝੋਂ, ਦਿਸਦਾ ਉਜਾੜ ਹੈ ਰਾਮ ਦੇ ਪਿਆਰੇ ਬਾਝੋਂ। ਫਿਰਿਓ
ਕੌਤਕ ਠਾਓ ਠਾਏ, ਪਰ ਇੱਕ ਰਾਮ ਸਨੇਹੀ ਬਾਹਰਾ ਉਜੜ ਮੇਰੇ ਪਾਏ। ਜਿੱਥੇ ਜਿੱਥੇ ਮੈਂ ਫਿਰਿਆ ਕੌਤਕ ਰਾਗ ਰੰਗ ਤਾਂ ਬੜੇ ਹੁੰਦੇ ਸਨ, ਪਰ ਰੱਬ ਦਾ ਪਿਆਰਾ ਮੈਨੂੰ ਕੋਈ ਨਹੀਂ ਮਿਲਿਆ। ਇਸ ਕਰਕੇ ਮੇਰੇ ਭਾ ਦਾ ਤਾਂ ਉਜਾੜ ਸੀ। ਇਉਂ ਗੁਰੂ ਜੀ ਕਹਿੰਦੇ, ਜਿੱਥੇ ਨਾਮ ਨ ਜਪੀ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ। ਸੰਤਨ ਕੀ ਚੁਗਿਆ ਭਲੀ, ਭਟਕ ਸਤੀ ਗਾਂ, ਆਗ ਲਗੇ ਤੈਂ ਧੌਲ ਹਰ ਜੈ ਨਾਹੀ ਹਰ ਕੋ ਨਾ। ਬਾਣੀ ਤਾਂ ਇਉਂ ਦੱਸਦੀ ਹੈ। ਆਓ ਉਸ ਮੁਖ ਨੂੰ, ਉਸ ਜ਼ੁਬਾਨ ਨੂੰ ਵੀ ਪਵਿੱਤਰ ਕਹਿੰਦੇ ਹਨ, ਜਿਹਦੇ ਨਾਲ ਵਾਹਿਗੁਰੂ ਦਾ ਭਜਨ ਹੋਵੇ। ਇਉਂ ਫਰਮਾਉਂਦੇ ਹੈ, ਜਿਹੜਾ ਸਤਨਾਮ ਸਤਨਾਮ ਜਪਦਾ, ਧਨ ਹੈ ਮੁਕੜਾ, ਧਨ ਹੈ ਮੁਕੜਾ। ਸਤਨਾਮ ਸਤਨਾਮ ਜਪਦਾ, ਧਨ ਹੈ ਮੁਕੜਾ, ਧਨ ਹੈ ਮੁਕੜਾ। ਮੁਖ ਧਨ ਹੈ, ਜੈ ਮੁਖ ਕਹੀਏ ਰਾਮ, ਦੇਹੀ ਕਿਸ਼ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਉਹ ਮੁਖ ਧਨਤਾ ਜੋਗ ਤੇ ਪਵਿੱਤਰ ਹੈ, ਜਿਸ ਨਾਲ ਵਾਹਿਗੁਰੂ ਦਾ ਜਸ ਹੋਵੇ, ਵਾਹਿਗੁਰੂ ਦਾ ਭਜਨ ਹੋਵੇ। ਫਿਰ ਕਹਿਣ ਲੱਗੇ, ਜੀ ਭਜਨ ਕੀਤਿਆਂ ਦੇਹ ਪਵਿੱਤਰ ਹੋ ਸਕਦੀ ਹੈ ਆ ਕੇ ਨਹੀਂ? ਉਹ ਕਹਿੰਦੇ, ਦੇਹ ਕਿਸ ਦੀ ਵਿਚਾਰੀਏ ਪਵਿੱਤਰ ਨਾ ਹੋਵੇ? ਪਵਿੱਤਰ ਹੋਏ ਗੋ ਗ੍ਰਾਮ, ਗ੍ਰਾਮ ਪਵਿੱਤਰ ਹੋ ਜਾਂਦਾ ਹੈ, ਕੁਲਾਂ ਪਵਿੱਤਰ ਹੋ ਜਾਂਦੀਆਂ। ਗੁਰਮੁਖ 21 ਕੁਲਾਂ ਉਧਾਰ ਹੈ, ਗੁਰਮੁਖ ਦੀਆਂ 21 ਕੁਲਾਂ ਤਰ ਜਾਂਦੀਆਂ। ਇੱਕ ਤਾਂ ਦੱਸਿਆ 101 ਕੁਲ ਤਰਦੀ ਹੈ ਬ੍ਰਹਮਵੇਤੇ ਦੀ, ਭਜਨ ਕਰਦਾ ਕਰਦਾ। ਜੋ ਆਖਰੀ ਸਟੇਜ ਭਜਨ ਦੀ ਵਾਹਿਗੁਰੂ ਦਾ ਮਿਲਾਪ ਹੈ, ਉੱਥੇ ਪਹੁੰਚ ਜਾਂਦਾ ਹੈ। ਉਹਨਾਂ ਦੀਆਂ 101 ਕੁਲਾਂ ਇਉਂ ਤਰਦੀਆਂ। ਪਿਤਾ ਪਾਛੇ 24, 20 ਮਾਤਾ ਕੇ ਜਾਨੋ, ਖੋੜ ਸਤਰੀਆ ਪ੍ਰਮਾਣ, ਮਾਸ ਪੁੱਤਰੀ ਕੇ ਮਾਨੋ। 12 ਕੁਲ ਭੈਣ, 10 ਭੂਆ ਕੇ ਲੇਖੇ, 7 ਕੁਲ ਮਾਤ ਭੈਣ, ਸੁਰਤ ਸਿਮਰਤ ਕਰ ਲੇਖੇ। तत्वे तातरी काल में कर विचार ऐसे के हो, भक्त हो तो जिस वंश में एक शत एक कुल उधरे हो। 101 कुलियों तर जाती है। किवें? पिता पाछे 24, दाद के घर दियाँ 24 कुलां तरदियां हन। 20 माता के जान, 20 कुलां नानके घर दियां तरदियां हन। खोड़ स्त्रिया प्रमाण, 16 कुलां सहुरे घर दियां तरदियां हन। मास पुत्री के मानो 12 कुलां जिस घर विच लड़की हो। 12 कुल भैण, 10 कुलां जिस घर विच भैण हो। 10 भूआ के लेखे, 10 कुलां जिस घर विच पिता दी भैण हो। 7 कुल मात भैण, 7 कुलां माता दी भैण मासी। इन्हां दियां भी तर जांदियां। इन्हां नूं जेकर जमा कीता जाए तो 101 बन जाती है। यूँ कहने तत्वे तातरी काल में कर विचार ऐसे कहो। तत्वे ते त्रिकाली महात्मा ने। त्रिकाली ਉਹਨੂੰ ਕਹਿੰਦੇ ਹਨ ਜਿਹਨੂੰ ਭੂਤ ਭਵਿੱਖਤ ਵਰਤਮਾਨ ਦੀ ਖਬਰ ਹੋਵੇ।
ਜੋ ਹੋ ਚੁੱਕਿਆ, ਜੋ ਹੋ ਰਿਹਾ, ਜੋ ਹੋਵੇਗਾ ਸੰਸਾਰ ਵਿੱਚ ਸਭ ਪਤਾ ਹੋਵੇ, ਉਸ ਨੂੰ ਤਰਕਾਲੀ ਕਹਿੰਦੇ ਹਨ। ਤਰਕਾਲੀ ਮਹਾਤਮਾ ਨੇ ਆਪਣੇ ਅਨੁਭਵ 'ਤੇ ਵਿਚਾਰ ਕੇ ਇਹ ਕਿਹਾ ਹੈ, ਭਗਤ ਹੋਤ ਜਿਸ ਵੰਸ਼ ਮੈਂ ਇੱਕ ਛਤ ਇੱਕ ਕੁਲ ਉਧਰਿਆ। ਜਿਸ ਕੁਲ ਦੇ ਵਿੱਚ ਇੱਕ ਭਗਤ ਪੈਦਾ ਹੋ ਗਿਆ, ਉਹਦੀ 101 ਕੁਲ ਤਰ ਜਾਂਦੀ ਹੈ। ਤਦੇ ਕਬੀਰ ਜੀ ਕਹਿੰਦੇ, ਕਬੀਰ ਸਹੀ ਕੁਲ ਭਲੀ, ਜੇ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨ ਉਪਜੈ, ਸੋ ਕੁਲ ਢਾਕ ਪਲਾਸ। ਉਸ ਕੁਲ ਨੂੰ ਵਿਅਰਥ ਮੰਨਿਆ, ਜਿਹਦੇ ਵਿੱਚ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਪੈਦਾ ਨਹੀਂ ਹੋਇਆ, ਤਾਂ ਤੇ ਉਹ ਮੁੱਖ ਪਵਿੱਤਰ ਤੇ ਧਨਤਾ ਯੋਗ ਹੈ। ਜਿਹੜਾ ਸਤਨਾਮ ਸਤਨਾਮ ਜਪਦਾ ਧਨ ਹੈ, ਜਿਸ ਨਾਲ ਵਾਹਿਗੁਰੂ ਦਾ ਭਜਨ ਹੋਵੇ। ਪਰ ਇਸ ਤੋਂ ਉਲਟ ਇਉਂ ਵੀ ਦੱਸਿਆ ਹੈ, ਸਹੀ ਮੁਖ ਡਰਾਵਣੇ ਜਿਨ੍ਹਾਂ ਵਸਾਰਿਓ ਨਾ, ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਂ। ਉਹ ਮੁਖ ਕੁਵੱਜੇ ਹਨ, ਡਰਾਉਣੇ ਹਨ, ਜਿਨ੍ਹਾਂ ਰੱਬ ਦਾ ਭਜਨ ਵਸਾਰ ਦਿੱਤਾ ਹੈ। ਇੱਥੇ ਬੜੇ ਦੁੱਖ ਝੱਲਣੇ ਪੈਂਦੇ ਹਨ। ਮਰਨ ਤੋਂ ਬਾਅਦ ਉਹ ਅਨੇਕਾਂ ਨਿਸ਼ਿਧ ਜੋਨੀਆਂ ਵਿੱਚ ਫਿਰਨਾ ਪੈਂਦਾ, ਇਉਂ ਕਹਿੰਦੇ ਹਨ। ਬਿਨਾਂ ਨਾਮ ਤੋਂ ਡਰਾਉਣਾ ਤੇਰਾ ਮੁਖੜਾ, ਬਿਨਾਂ ਨਾਮ ਤੋਂ ਡਰਾਉਣਾ ਤੇਰਾ ਮੁਖੜਾ, ਬਿਨਾਂ ਨਾਮ ਤੋਂ ਡਰਾਉਣਾ ਤੇਰਾ ਮੁਖੜਾ, ਬਿਨਾਂ ਨਾਮ ਤੋਂ ਡਰਾਉਣਾ ਤੇਰਾ ਮੁਖੜਾ।
ਡਰਾਵਣੇ ਜਿਨ੍ਹਾਂ ਵਸਾਰਿਓ ਨਾ, ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਂ। ਵੀਰ ਜੀ, ਕਾਸ਼ੀ ਵਿੱਚ ਇੱਕ ਨਾਸਤਕ, ਉੱਪਰੋਂ ਲਿਬਾਸ ਤਾਂ ਉਹਦੇ ਭਗਵਾਂ ਸਾਧੂਆਂ ਵਾਲਾ, ਲੇਕਿਨ ਨਾਸਤਕ ਬੰਦਾ ਸੀ, ਰੱਬ ਦੀ ਹਸਤੀ ਦਾ ਮੁਨਕਰ ਸੀ। ਕਿਸੇ ਜ਼ਿਮੀਂਦਾਰ ਦੇ ਘਰ ਰਹਿੰਦਾ ਸੀ, ਖਾਂਦਾ ਪੀਂਦਾ ਬਸ ਰੱਬ ਦੀ ਬਾਬਤ। ਤਾਂ ਜੇ ਕੋਈ ਕਹਿੰਦਾ ਉਲਟਾ ਨੁਕਤਾ ਚੀਨੀ ਅਤੇ ਕ੍ਰਿਟੀਸਾਈਜ਼ ਹੀ ਜਾਣਦਾ ਸੀ, ਹੋਰ ਕੁਛ ਨਹੀਂ। ਕਬੀਰ ਜੀ ਨੇ ਕਈ ਦਫਾ ਉਸ ਨੂੰ ਕਹਿਣਾ, ਬਾਬਾ ਭਜਨ ਕਰਿਆ ਕਰ, ਤੇਰਾ ਵੀ ਭਲਾ ਹੋ ਜਾਏਗਾ, ਜਿਸ ਦਾ ਖਾਨਾ ਉਸ ਦਾ ਵੀ ਭਲਾ ਹੋ ਜਾਏਗਾ। ਅਗਰ ਤੂੰ ਭਜਨ ਨਹੀਂ ਕਰੇਗਾ, ਤੈਨੂੰ ਵੀ ਦੁੱਖ ਅਤੇ ਇਹਨੂੰ ਵੀ ਦੁੱਖ। ਇਉਂ ਕਬੀਰ ਜੀ ਨੇ ਕਈ ਦਫਾ ਸਮਝਾਉਣਾ, ਪਰ ਉਸਨੇ ਇੱਕ ਨਹੀਂ ਮੰਨੀ। ਅਖੀਰ ਸਮਾਂ ਤੁਰਿਆ ਹੀ ਜਾਂਦਾ ਹੈ, ਛਿਨ ਛਿਨ ਕਰਕੇ ਉਮਰ ਬੀਤਦੀ ਜਾਂਦੀ ਹੈ। ਸਾਧ ਸਿੰਘ, ਪਤਾ ਉਮਰ ਦੀ ਕਿਹੋ ਜਿਹੀ ਅਵਸਥਾ ਹੈ। ਹਾਂ, ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਹਰ ਕੇ ਭਜਨ ਬਿਨ ਜੈਸੇ ਹੜ ਕਾ ਜਲ। ਹਾਂ, ਜਿਹੜੀ ਮਾਇਆ ਹੈ, ਉਮਰ ਮਾਇਆ ਰੂਪ ਹੈ, ਛਲ ਰੂਪ ਹੈ। ਜਿਵੇਂ ਫੂਸ ਦੀ ਅੱਗ ਥੋੜ੍ਹਾ ਚਿਰ ਵਾਸਤੇ ਹੁੰਦੀ ਹੈ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਬੱਦਲਾਂ ਦੀ ਛਾਂ, ਔਰ ਹੜ੍ਹ ਦਾ ਜਲ ਥੋੜ੍ਹਾ ਚਿਰ ਵਾਸਤੇ ਆਇਆ ਅਤੇ ਲੰਘ ਗਿਆ। ਇਸੀ ਤਰ੍ਹਾਂ ਉਮਰ ਜਿਹੜੀ ਹੈ, ਬਚਪਨ ਨੂੰ ਜਵਾਨੀ ਖਾ ਜਾਂਦੀ ਹੈ, ਜਵਾਨੀ ਨੂੰ ਬੁਢਾਪਾ, ਅਖੀਰ ਮੌਤ ਦੇ ਵਸ ਪੈਂਦਾ ਹੈ। ਇਹ ਜੀ ਹਰ ਇੱਕ ਨਹੀਂ ਮੌਤ ਦੇ ਵਸ ਪੈਣਾ ਹੈ। ਇਸ ਕਰਕੇ ਇਸ ਨੂੰ ਛਲ ਰੂਪ ਦੱਸਿਆ ਹੈ। ਛਲ ਹੈ ਛਲ ਹੈ ਛਲ ਹੈ ਮਾਇਆ ਛਲ ਹੈ, ਛਲ ਹੈ ਛਲ ਹੈ ਛਲ ਹੈ ਮਾਇਆ ਛਲ ਹੈ। ਛਿਨ ਛਿਨ ਕਰਕੇ ਔਧ ਬੀਤ ਜਾਂਦੀ ਹੈ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨੀ ਔਧ ਵਿਹਾਤ ਹੈ, ਫੂਟੇ ਘਟ ਜੂੰ ਪਾਣੀ।
हार पाव दोय सिंह गुंग मुख तब कैसे गुन गई है। उठत बैठत ठेंगा पर है तब कित मूड लुकई है। हर बिन बैल बराने होई है फाटी नाकन टूटे कांदन को दो को फुसकई है। सारो दिन डोलत बन महिया अजो न पेट गई है। तिन भगतन को कहो न मान्यो कियो अपनो पई है। यूँ उस मौके कबीर जी कहने जिस वक्त तेनू समझाइंदा सी भजन कर। भजन करन दा मौका मानुख दे ही है और किसी जोनी विच भजन नहीं हो सकता। इस करके उस वक्त तां एक ना मनी पर हुण जदों कर्मां दा फल भुगतना पैंदा है कदे मूँह लुकाउणा है कदे सिर लुकाउणा। हुण अपने कर्मां दा फल भुगत इहदा खांदा रहिया इहदा फल दे। तकड़ा होके चल कमा के खवा इन्हां नूं। इउं साध संगत ਇੱਥੇ ਦੁੱਖ ਘਨੇਰਿਆ ਭਜਨ ਤੋਂ ਬਿਨਾਂ ਅੱਗੇ ਠੌਰ ਨਾ ਠੌਰ। ਉਹ ਮੂੰਹ ਡਰਾਉਣੇ ਤੇ ਕੋਝੇ ਹਨ ਜਿਨ੍ਹਾਂ ਰੱਬ ਦਾ ਭਜਨ ਵਸਾਰ ਦਿੱਤਾ। ਪਾਨ ਸੁਪਾਰੀਆਂ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤਿਓ ਜੰਮ ਪਕੜ ਚਲਾਈਆਂ ਇਹ ਹਾਲਤ ਹੁੰਦੀ ਹੈ। ਆਓ ਖਿਆਲ ਕਰੋ ਇਉਂ ਗੁਰੂ ਬਾਬਾ ਜੀ ਨੇ ਬਾਰ ਬਾਰ ਸ਼ਬਦ ਦਾ ਉਚਾਰਨ ਕੀਤਾ। ਤੂੰ ਹੀ ਮੋਹਨਾ ਤੂੰ ਹੀ ਮੋਹਨਾ। समाप्ति हुई। मर्दाने ने रबाब रख दिता। सामने निगाह गई की देखिया एक मुर्दा पिया होया। शरीर विचों सूक्ष्म सीर दे सहज जदों चेतन कला निकल जाती है। उपरला शरीर जिसनों अस्थूल शरीर कहते हैं, जिसनों कहते मर गया, इसनों कोई दब दिंदा है, कोई फूक दिंदा है, कईयां नूं कां कुत्ते खा जाते हैं। ਇਹਦੀ ਇਹੀ जी दिशा हो जाती है। मुर्दा पिया, मुर्दे वाल एक तामसी जोनी का जानवर बघियाड़ आ रहा जिसका शरीर बड़ा दुबला किरस, लक्का लग्या, पसलियाँ निकलियाँ, देखण मात्र तो प्रतीत हुंदा बड़ा भुखा होना है। उस मुर्दे दे चार चफेरे आके फिरिया, खादा नहीं, वापस मुड़ गया। दो चार कदम जाके फिर मुड़े आया, आके फिर उस मुर्दे नूं पैरों तो शुरू करके सिर तक कले कले अंग नूं सूंघिया। फिर नहीं खादा, फिर मुड़ गया। मुड़िया जांदा वेख के मरदाना, क्योंकि गुरु बाबा जी की उस तरफ पिठ सी, मरदाने का मूँह सी,
सो देख के मरदाने दे चित्त विच शंका पैदा होया। अर्ज कीती दोवें हत्थ जोड़ के गुरु बाबे अगे गरीब नवाज आपदे पिछले पासे एक दृश देखिया जिन्हों देख के मेरे चित्त विच शंका पैदा हो गया। वो मुर्दा पिया होया, बघियाड़ तामसी जोनी का जानवर है जिसकी खुराक रब ने कुदरती मांस बनाया। उस मुर्दे दे पहले 4 सवेरे फिर के मुड़ गया, उसनों नहीं खाधा। दोबारा आया, पैरों तो ला के सिर तक सारे अंगां नूं सूंघ के फिर मुड़िया जा रहा। हालांकि उसका शरीर बड़ा दुबला, किरश ते लक्का लग्या, पसलियां निकलियां, भुखा प्रतीत हुंदा है। इस गल विच की भेद है? आप अंतरजामी तरकाली सरबग किरपा करके दसो। ये वचन सुन के गुरु बाबा जी ने फरमाया, मरदानिया तेरे शंके का समाधान बड़ी आसानी नाल हो सकता है। बेहतर है उस बघियाड़ नूं बुलावें, उसकी जवानी सुनी तो चंगी गल है। बघियाड़ नूं बुलाया। गुरु बाबे के हुक्म तो भला तिन्नां लोकां 14 भवनां विच किहड़ी चीज़ बाहर मुड़िया आया, आके सिर नवा के बैठ गया। हुक्म होया, मरदाना पूछ। मरदाना कहने लगा, तेरा शरीर दुबला है, किरस है, लक्का लग्या, पसलियां निकलियां, भुखा प्रतीत होना, तामसी जोनी का जानवर है, कुदरत वालों तेरी खुराक ही मांस बनया है, और मुर्दा तेरी खुराक सी। पहले उसके 4 सवेरे फिर के मुड़ गया, नहीं खाधा। दोबारा मुड़ के आया, पैरों तो ला के सिर तक सूंघिया, नहीं खाधा। इस गल विच की भेद है? खोल के दस। भावें जानवर अपनी अपनी बोली विच बोलते हैं, पर इत्थे लोड़ सी मरदाने नूं मनुखी बोली विच बोल के समझाउण दी। जिस वक्त मरदाने ने सवाल किया, गुरु बाबा जी की किरपा करके उस बघियाड़ नूं मनुखी बोली बोलण विच इउं ताकत आई जिवें 8वें गुरु नानक ने उस गूंगे नूं ज्ञान करन दी ताकत बख्शी सी पंजोखरे विच। सो इउं बघियाड़ कहंदा, भाई मरदाना मैं 8 दिन का भुखा हाँ, 8 दिन हो गए मैनूं कुछ खाण वास्ते नहीं मिलिया। तू जानदा ही है 8 दिन की भुख किसी वास्ते कितनी दुखदाई हुंदी है, फिर तामसी जोनी के जानवरों वास्ते तो बहुत ही दुखदाई हुंदी है। जिस वक्त तू रबाब बजाउंदा सी, गुरु बाबा जी के पवित्र गले तो शब्द का उच्चारण हुंदा सी, मैं इस मुर्दे नूं वेख्या, चित्त विच बड़ी खुशी हुई भी खा के 8 दिन की भुख दूर करूँगा। पर शब्द मेरे कन्न द्वारा के हिरदे विच पहुँचया, मेरे हिरदे नूं शुद्ध ते पवित्र कर गया, जिस द्वारा मैनूं इतना इल्म हो गया, इतना ज्ञान हो गया, इतनी समझ आ गई। ये मुर्दा अपनी जिंदगी विच किहो जिहा सी, नास्तिक या कि आस्तिक। रब की हस्ती तो मुनकर नूं नास्तिक कहते हैं, रब की हस्ती ते विश्वास रखने वाले नूं आस्तिक कहते हैं। सो भाई मरदाना ये मुर्दा अपनी जिंदगी विच नास्तिक रहा है। नास्तिक तो सारे पापां दी माँ है, इस करके सोचे है जे पापी पुरुष का मांस नहीं खाना चाहिए। पहले ही पिछले पाप कर्मां का फल तामसी जोनी बघियाड़ जोनी विच फिर रहा हाँ। जेकर ये पापी पुरुष का मांस खा लिया, मेरे वास्ते इदों भी निषिद्ध जोनी ना किते प्राप्त होवे, ये जान के छोड़ दिता। फिर चूँकि भुख डाढ़ी लगी सी, इस करके मैं दोबारा मुड़ के आया, पैरों तो ला के सिर तक कले कले अंग नूं सूंघिया भी शायद कोई अंग पवित्र होए, पैरों नाल चल के किते सत्संग भी चला गया होवे, हत्थीं कोई टहल सेवा दान आदि हो गया होवे, नेत्रां करके किसी महापुरुष के गुरु के दर्शन कर ले हों, कन्ना करके किते हरि का जस सुन लिया होवे भुल चुक के, और जवान करके हरि का जस किते दे जवान चों निकल गया होवे, होर नहीं जे दे शरीर ते किसी महापुरुष की चरण धूड़ी ही पै गई होवे, कोई अंग तां पवित्र होवे जिन्हों खा के मैं थोड़ी बहुत भुख दूर करा। यूँ जान के मैं सारे अंग सूंघे, पर भाई मरदाना उक्का ही कोरा सी। ये जान के मैं छोड़ दिता। रब ने पहले ही रबी गुनाहगारां वास्ते 84 नरक छोटे वड्डे 18 वड्डे वड्डे बनाए हैं। जेकर जे पापी पुरुष का मांस खा लिया, किते मेरे वास्ते नवा ही नरक ना तैयार हो। ये जान के मैं इसनूं छड़ दिता। भुख तां डाढ़ी लगी है। ऐनी गल जदों उस बघियाड़ ने कही, गुरु जी कहने देखिया मरदाना, वो तामसी जोनी के जानवर भी यह जे नास्तिक पुरुषों नूं, भगतहीन पुरुषों नूं किहा जा बुरा समझते हैं। रबाब उठा, मरदाने ने रबाब उठाया, हजूर दे पवित्र गले तो ऐसे उच्चारण होया।
ਕਾਹੇ ਜਗ ਆਏ ਨੇ ਭਗਤੀ ਤੋਂ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨ ਕੀਨੀ, ਬਿਰਥਾ ਜਨਮ ਗਵਾਇਆ। ਭਗਤਹੀਨ ਪੁਰਸ਼ ਕਿਉਂ ਮਾਨੁ ਤਨ ਧਾਰ ਕੇ ਦੁਨੀਆ 'ਤੇ ਆਇਆ, ਜਿਸਨੇ ਗੁਰੂ ਕੀ ਸੇਵਾ ਨਹੀਂ ਕੀਤੀ, ਵਾਹਿਗੁਰੂ ਦਾ ਭਜਨ ਨਹੀਂ ਕੀਤਾ, ਉਹਦਾ ਆਉਣਾ ਸੰਸਾਰ ਤਈਓ ਨਿਸਫਲ ਹੈ। ਜਿਵੇਂ ਕਿਸੇ ਬੱਕਰੀ ਦੇ ਗਲ ਵਿੱਚ 2 ਥਣ ਹੁੰਦੇ ਹਨ, ਉਹਨਾਂ ਵਿੱਚ ਦੁੱਧ ਨਹੀਂ ਹੁੰਦਾ, ਦੁੱਧ ਤੋਂ ਬਿਨਾਂ ਉਹਨਾਂ ਦਾ ਹੋਣਾ ਵਿਅਰਥ ਮੰਨਿਆ। ਇਸੀ ਤਰ੍ਹਾਂ ਮਾਨੁ ਤਨ ਧਾਰਿਆ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਬੇਅਰਥ ਹੈ। ਸਾਹਿਬ ਗੁਰੂ ਰਾਮਦਾਸ ਜੀ ਐਸਾ ਫਰਮਾਉਂਦੇ ਹਨ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਚੌਥੇ ਪਾਤਸ਼ਾਹ ਫਰਮਾਉਂਦੇ ਨੇ। ਸੋ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਭਾਈ ਮਰਦਾਨਾ, ਜਿਨ੍ਹਾਂ ਪੈਰਾਂ ਨਾਲ ਚੱਲ ਕੇ ਇਹ ਸਤਸੰਗ ਵਿੱਚ ਨਹੀਂ ਜਾਂਦਾ, ਬੁਰੇ ਥਾਵੇਂ ਜਾਂਦਾ ਹੈ, ਉਹਨਾਂ ਪੈਰਾਂ ਨਾਲ ਦਰਖਤਾਂ ਦੀਆਂ ਜੜ੍ਹਾਂ ਅੱਛੀਆਂ ਹਨ। ਜਿਨ੍ਹਾਂ ਹੱਥਾਂ ਦੇ ਨਾਲ ਬੁਰਾਈਆਂ ਤਾਂ ਕਰਦਾ ਹੈ, ਪਰ ਸਾਧ ਸੰਗਤ ਦੀ ਗੁਰੂ ਕੀ ਸੇਵਾ ਜਾਂ ਦਾਨ ਆਦਿ ਨਹੀਂ ਕਰਦਾ, ਉਹਨਾਂ ਹੱਥਾਂ ਦੇ ਨਾਲ ਦਰਖਤਾਂ ਦੀਆਂ ਟਾਹਣੀਆਂ ਚੰਗੀਆਂ ਹਨ। ਜਿਨ੍ਹਾਂ ਕੰਨਾਂ ਕਰਕੇ ਨਿੰਦਿਆ ਚੁਗਲੀ ਝੂਠ ਮੂਠ ਕਿਚ ਪਿਚ ਤਾਂ ਦਿਨ ਰਾਤ ਸੁਣਦਾ ਹੈ, ਪਰ ਵਾਹਿਗੁਰੂ ਦਾ ਜਸ ਪ੍ਰੇਮ ਨਾਲ ਨਹੀਂ ਸੁਣਦਾ, ਉਹਨਾਂ ਕੰਨਾਂ ਦੇ ਨਾਲੋਂ ਸੱਪਾਂ ਦੇ ਰਹਿਣ ਦੀਆਂ ਵਰਮੀਆਂ ਚੰਗੀਆਂ ਹਨ। ਜੀ ਜ਼ੁਬਾਨ ਨਾਲ ਵਾਹਿਗੁਰੂ ਦਾ ਜਸ ਨਹੀਂ ਕਰਦਾ, ਨਿੰਦਿਆ ਚੁਗਲੀ ਝੂਠ ਮੂਠ
ਕਿਚ ਪਿਚ ਦਿਨ ਰਾਤ ਬੋਲਦਾ ਹੈ। ਉਹ ਜ਼ਬਾਨ ਨਾਲੋਂ ਮੇਂਢਕ ਦੀ ਡੱਡੂ ਦੀ ਜ਼ਬਾਨ ਚੰਗੀ ਹੈ। ਜਿਨ੍ਹਾਂ ਨੇਤਰਾਂ ਕਰਕੇ ਖੋਟੀ ਨਿਗਾਹੀਂ ਦਾ ਦੇਖਦਾ ਹੈ, ਪਰ ਪਿਆਰ ਨਾਲ ਗੁਰੂ ਗੁਰੂ ਸਵਾਰ ਦੇ ਦਰਸ਼ਨ ਨਹੀਂ ਕਰਦਾ। ਉਹਨਾਂ ਅੱਖਾਂ ਨਾਲ ਮੋਰ ਦੇ ਖੰਭਾਂ 'ਤੇ ਟਿੱਕੀਆਂ ਭਲੀਆਂ ਹਨ। ਜਿਹੜਾ ਸਿਰ ਭਾਵੇਂ ਹੀਰੇ ਲਾਲ ਜਵਾਹਰਾਤ ਆਦਿ ਦੇ ਮੁਕਟਾਂ ਦੇ ਸਮੀਪ ਵੀ ਕਿਉਂ ਨਾ ਹੋਵੇ, ਉਹ ਗੁਰੂ ਪਰਮੇਸ਼ਰ ਅੱਗੇ ਨਹੀਂ ਨਿਮਦਾ ਹੈ। ਉਹ ਭਾਰ ਰੂਪ ਹੈ। ਜਿਸ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ, ਉਹ ਪੱਥਰ 'ਤੇ ਛੂਹਣ ਹੈ। ਇਉਂ ਸਾਰਾ ਸਰੀਰ ਦੇ ਅੰਗ ਹੀ ਬੇਅਰਥ ਹਨ। ਵਾਹਿਗੁਰੂ ਦੀ ਸੇਵਾ ਭਗਤੀ ਤੋਂ ਬਿਨਾਂ ਤਾਂ ਦੇ ਗੁਰੂ ਜੀ ਕਹਿੰਦੇ ਨੇ ਇਸ ਦੇ ਆਉਣ ਦਾ ਪ੍ਰਯੋਜਨ ਤਾਂ ਇਹੀ ਕੁਛ ਹੈ। ਤੂੰ ਤਾਂ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ। ਸਾਨੂੰ ਗੁਰਬਾਣੀ ਦੱਸਦੀ ਹੈ, ਗੁਰੂ ਦੱਸਦਾ ਹੈ। ਆਵਨ ਤੋਂ ਇੱਕ ਕੋ ਆਇਆ, ਜਨਮ ਤਮੋਇਆ ਮੋਹਣੀ ਮਾਇਆ। ਮਾਨੁਖ ਤਨ ਦਾ ਮੁੱਖ ਫਰਜ਼ ਵਾਹਿਗੁਰੂ ਦੀ ਬੰਦਗੀ ਕਰਨਾ ਹੈ। ਹੁਣ ਸਮੇਂ ਵੱਲ ਵੀ ਦੇਖੋ। ਸਾਰੀ ਸੰਗਤ ਪਹਿਲੇ 3 ਹਿੱਸਿਆਂ ਵਿੱਚ ਸ੍ਰੀ ਆਨੰਦ ਸਾਹਿਬ ਦਾ ਪਾਠ ਕਰੋ। ਫਿਰ ਗੁਰੂ ਸਤੋਤਰ ਵਿੱਚ ਗੱਜ ਕੇ ਬੋਲੋ, ਕੋਈ ਜ਼ੁਬਾਨ ਐਸੀ ਨਾ ਹੋਵੇ ਜੋ ਖਾਲੀ ਰਹਿ ਜਾਏ। ਫਿਰ ਅਰਦਾਸ ਵਿੱਚ ਜੁੜੋ। ਹੁਕਮਨਾਮਾ ਸੁਣ ਕੇ ਗੁਰੂ ਮਹਾਰਾਜ ਦਾ ਪ੍ਰਸ਼ਾਦ ਲੈ ਕੇ ਚਾਲੇ ਪਾਓ। ਫਿਰ ਤੁਹਾਡਾ ਦੂਸਰਾ ਦੀਵਾਨ ਸਮਾਪਤ ਹੁੰਦਾ ਹੈ। ਬਾਕੀ 3 ਸਿਰਫ ਰਹਿ ਜਾਂਦੇ ਹਨ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਸੁਣ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਕਹੇ ਨਾਨਕ ਸੁਣੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਪਿਆਰਾ ਵਾਰੋ ਆਗੇ ਪੰਜ ਕਰਮ ਕਾਰਜ ਵਾਗੇ ਰਾਜ ਵਾਗੇ ਬਾਮਦ ਵਾਗੇ ਰਾਜ ਕਰਤਾਰਿਆ ਧਨ ਹੈ ਗੁਰੂ ਨਾਨਕ ਸਾਹਿਬ